ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ 15th ਚੈਪਟਰ ਡਿਫਰੈਂਟ ਟਾਈਪਸ ਆਫ ਹਾਊਸਸ। ਵੱਖ-ਵੱਖ ਕਿਸਮਾਂ ਦੇ ਘਰ। ਆਓ ਅੱਜ ਪੜ੍ਹੀਏ 15th ਚੈਪਟਰ। ਟੁਡੇ drawing competitions were held in the school. At school which drawing ਦੇ ਮੁਕਾਬਲੇ ਕਰਵਾਏ ਗਏ। The teacher asked all the students to make drawings on the same subject and the subject was natural scenery. ਅਧਿਆਪਕ ਨੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਵਿਸ਼ੇ ਤੇ ਡਰਾਇੰਗ ਬਣਾਉਣ ਲਈ ਕਿਹਾ ਅਤੇ ਵਿਸ਼ਾ ਸੀ ਕੁਦਰਤੀ ਨਜ਼ਾਰੇ। ਨੈਚੁਰਲ ਸੀਨਰੀ ਦਾ ਮਤਲਬ ਕੁਦਰਤੀ ਨਜ਼ਾਰੇ। Some of the students did not understand the topic. ਕੁਝ ਵਿਦਿਆਰਥੀਆਂ ਨੂੰ ਇਹ ਵਿਸ਼ਾ ਸਮਝ ਨਹੀਂ ਆਇਆ। Being asked, the teacher said, "You can make anything about natural scenery such as mountains, trees, river, birds, sky, sun, etc." ਤੇ ਪੁੱਛੇ ਜਾਣ ਤੇ ਅਧਿਆਪਕ ਨੇ ਕਿਹਾ ਤੁਸੀਂ ਕੁਦਰਤੀ ਨਜ਼ਾਰਿਆਂ ਵਿੱਚੋਂ ਕੁਝ ਵੀ ਬਣਾ ਸਕਦੇ ਹੋ, ਜਿਵੇਂ ਪਹਾੜ, ਦਰਖਤ, ਨਦੀ, ਪੰਛੀ, ਅਸਮਾਨ, ਸੂਰਜ ਆਦਿ। The students got an idea of the given topic. ਤੇ ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ੇ ਬਾਰੇ ਥੋੜਾ ਜਿਹਾ ਪਤਾ ਲੱਗ ਗਿਆ। When they showed their drawings, the teacher noticed that everybody had made mountains and a hut. ਤੇ ਉਹਨਾਂ ਨੇ ਜਦੋਂ ਡਰਾਇੰਗ ਆਪਣੀ ਆਪਣੇ ਅਧਿਆਪਕ ਨੂੰ ਦਿਖਾਈ ਤਾਂ ਅਧਿਆਪਕ ਨੇ ਦੇਖਿਆ ਕਿ ਸਾਰਿਆਂ ਨੇ ਮਾਊਂਟੇਨਸ ਬਣਾਏ ਆਪਣੀ ਡਰਾਇੰਗ ਦੇ ਵਿੱਚ, ਪਹਾੜ ਬਣਾਏ ਹੋਏ ਨੇ ਤੇ ਨਾਲ ਦੀ ਨਾਲ ਇੱਕ ਹਟ ਬਣਾਈ ਹੈ, ਝੋਪੜੀ। ਆ ਦੇਖੋ ਹਟ ਪੇਂਟਿੰਗ। He laughingly said, "Children, you all have drawn the picture of houses of hilly areas." ਤੇ ਅਧਿਆਪਕ ਨੇ ਹੱਸਦਿਆਂ ਕਿਹਾ, ਬੱਚਿਓ ਤੁਸੀਂ ਸਾਰਿਆਂ ਨੇ ਘਰਾਂ ਦੀ ਤਸਵੀਰ ਤਾਂ ਬਣਾਈ ਹੈ, ਪਰ ਇਹ ਘਰ ਜ਼ਿਆਦਾਤਰ ਪਹਾੜੀ ਇਲਾਕੇ ਵਿੱਚ ਪਾਏ ਜਾਂਦੇ ਨੇ। ਮਨਪ੍ਰੀਤ asked the teacher, "Madam, do all the houses on mountains have such type of sloping roof?" ਤੇ ਮਨਪ੍ਰੀਤ ਨੇ ਆਪਣੇ ਟੀਚਰ ਆਪਣੇ ਅਧਿਆਪਕ ਨੂੰ ਪੁੱਛਿਆ, ਮੈਡਮ ਕਿ ਪਹਾੜਾਂ ਦੇ ਸਾਰੇ ਘਰਾਂ ਦੀਆਂ ਛੱਤਾਂ ਅਜਿਹੀਆਂ ਹੁੰਦੀਆਂ ਨੇ? ਆ ਦੇਖੋ ਸਲੋਪਿੰਗ, ਇੰਜ ਕਰਕੇ ਥੱਲੇ ਆਉਣ ਵਾਲੀਆਂ ਸਿੱਧੀਆਂ ਨਹੀਂ ਹੁੰਦੀਆਂ। Our houses are not like these. ਆਪਣੇ ਘਰ ਅਜਿਹੇ ਤਾਂ ਨਹੀਂ ਹੁੰਦੇ। At this, the teacher started explaining. Dear students, we have learnt about the mud houses and the pakka houses in the previous classes. ਤੇ ਇਸ ਗੱਲ ਤੇ ਅਧਿਆਪਕ ਸਮਝਾਉਣਾ ਸ਼ੁਰੂ ਕਰ ਦਿੰਦੇ ਵੀ ਪਿਆਰੇ ਵਿਦਿਆਰਥੀਓ, ਅਸੀਂ ਪਿਛਲੀ ਜਮਾਤ ਵਿੱਚ ਕੱਚੇ ਮਕਾਨ ਅਤੇ ਪੱਕੇ ਮਕਾਨਾਂ ਬਾਰੇ ਸਿੱਖਿਆ ਸੀ। In fact, people make their houses according to their comforts, economic and physical conditions and climate of that area. ਅਸਲ ਵਿੱਚ ਲੋਕ ਆਪਣੇ ਘਰ ਆਪਣੇ ਸੁੱਖ ਸਹੂਲਤਾਂ ਕਰਕੇ ਬਣਾਉਂਦੇ ਨੇ ਤੇ ਨਾਲ ਦੀ ਨਾਲ ਆਪਣੀ ਆਰਥਿਕ ਕਿੰਨੇ ਪੈਸੇ ਹੈਗੇ ਨੇ ਉਹਨਾਂ ਕੋਲ ਉਹ ਸਥਿਤੀ ਦੇਖ ਕੇ ਬਣਾਉਂਦੇ ਨੇ। ਫਿਜ਼ੀਕਲ ਕੰਡੀਸ਼ਨਸ ਕਿੱਥੇ ਉਹ ਰਹਿੰਦੇ ਨੇ ਉੱਥੇ ਦੇ ਕੀ ਹਾਲਾਤ ਨੇ ਐਂਡ ਕਲਾਈਮੇਟ ਆਫ ਦੈਟ ਏਰੀਆ ਤੇ ਨਾਲ ਦੀ ਨਾਲ ਉੱਥੇ ਦੇ ਅਨੁਸਾਰ ਦੇ ਖੇਤਰ ਦੇ ਅਨੁਸਾਰ ਦੇ ਕਲਾਈਮੇਟ ਜਾਂ ਮਾਹੌਲ ਦੇ ਹਿਸਾਬ ਨਾਲ ਘਰ ਬਣਾਏ ਜਾਂਦੇ ਨੇ। Following are the basis for different types of houses. ਆਧਾਰ ਜੋ ਹੈਗੇ ਨੇ ਵੱਖ-ਵੱਖ ਤਰੀਕਾਂ ਦੇ ਕਿਸਮਾਂ ਦੇ ਘਰ ਬਣਾਉਣ ਦੇ। ਸਭ ਤੋਂ ਪਹਿਲਾ ਹੈਗਾ ਇਕਨੋਮਿਕ ਕੰਡੀਸ਼ਨ, ਆਰਥਿਕ ਹਾਲਾਤ। ਸੈਕਿੰਡ ਹੈ ਕਲਾਈਮੇਟ ਕੰਡੀਸ਼ਨਸ, ਜਿਹਦਾ ਮਤਲਬ ਹੈ ਜਲ ਵਾਯੂ ਦੇ ਹਾਲਾਤ। ਫਿਜ਼ੀਕਲ ਕੰਡੀਸ਼ਨਸ, ਉੱਥੇ ਦੀ ਭੌਤਿਕ ਸਿੱਖਿਆ, ਜਿਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਪਹਾੜੀ ਇਲਾਕਾ ਹੈ, ਪਲੇਨਸ ਹੈਗੇ ਨੇ, ਕੀ ਹੈਗਾ। ਫੋਰਥ, ਅਵੇਲੇਬਿਲਿਟੀ ਆਫ ਮਟੀਰੀਅਲ, ਸਮੱਗਰੀ ਦੀ ਉਪਲਬਧਤਾ, ਉੱਥੇ ਕੀ ਸਮਾਨ ਮੌਜੂਦ ਹੈ ਘਰ ਬਣਾਉਣ ਲਈ। Let us get a detailed information about them. ਆਓ ਉਹਨਾਂ ਬਾਰੇ ਆਪਾਂ ਵਿਸਥਾਰ ਵਿੱਚ ਪੜ੍ਹੀਏ। ਸਭ ਤੋਂ ਪਹਿਲਾ ਹੈ ਇਕਨੋਮਿਕ ਕੰਡੀਸ਼ਨਸ, ਜਿਹਦਾ ਮਤਲਬ ਹੈ ਆਰਥਿਕ ਸਥਿਤੀ।
It means that people build their houses according to their economic conditions. इसका मतलब है कि लोग अपने घर अपनी आर्थिक स्थिति के अनुसार बनाते ने. People with low income make small houses and their houses have less facilities. जिन्हां लोकां दी आमदन घट हुंदी है ਉਹ ਛੋਟੇ ਘਰ ਬਣਾਉਂਦੇ ਨੇ ਤੇ ਉੱਥੇ ਜ਼ਿਆਦਾ ਸਹੂਲਤਾਂ ਨਹੀਂ ਹੁੰਦੀਆਂ. But people with high income make bungalows which have all the facilities. ਤੇ ਜੋ ਲੋਕ ਅਮੀਰ ਹੁੰਦੇ ਨੇ ਜਾਂ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੁੰਦੀ ਹੈ ਉਹ ਵੱਡੇ ਵੱਡੇ ਘਰ ਬਣਾਉਂਦੇ ਨੇ ਜਿੱਥੇ ਸਾਰੀਆਂ ਸਹੂਲਤਾਂ ਹੁੰਦੀਆਂ ਨੇ ਤੇ ਵੱਡੇ ਘਰਾਂ ਨੂੰ ਆਪਾਂ ਬੰਗਲੋਜ਼ ਕਹੀਦਾ, ਬੰਗਲੇ ਵੀ ਕਹੀਦਾ. ਨੈਕਸਟ, ਕੱਚਾ ਹਾਊਸਸ, ਕੱਚੇ ਘਰ. This type of houses are built in the backward areas where the people have low income sources. ਇਸ ਕਿਸਮ ਦੇ ਘਰ ਪਿਛੜੇ ਇਲਾਕਿਆਂ ਵਿੱਚ ਬਣਾਏ ਜਾਂਦੇ ਹਨ ਜਿੱਥੇ ਲੋਕਾਂ ਦੀ ਆਮਦਨ ਕਾਫੀ ਘੱਟ ਹੁੰਦੀ ਹੈ. They are incapable of making brick houses. ਤੇ ਉਹ ਇੱਟਾਂ ਦੇ ਘਰ ਬਣਾਉਣ ਤੋਂ ਅਸਮਰਥ ਹੁੰਦੇ ਨੇ. The houses are made by the residents themselves. ਤੇ ਇਹ ਘਰ ਉੱਥੇ ਦੇ ਵਾਸੀ ਆਪ ਬਣਾਉਂਦੇ ਨੇ. Soil, dung, mud, wood and husk are used to make them. ਇਹਨਾਂ ਨੂੰ ਬਣਾਉਣ ਦੇ ਲਈ ਮਿੱਟੀ, ਗੋਬਰ, ਡੰਗ ਦਾ ਮਤਲਬ ਗੋਬਰ, ਚਿੱਕੜ, ਗਿੱਲੀ ਮਿੱਟੀ, ਲੱਕੜ ਤੇ ਨਾਲ ਦੀ ਨਾਲ ਹਸਕ. ਹਸਕ ਦਾ ਮਤਲਬ ਹੁੰਦਾ ਹੈ ਭੁੱਕੀ ਕਿਹਾ ਜਾਂਦਾ ਹੈ ਜਾਂ ਫਿਰ ਕਿਸੇ ਬੀਜ ਦਾ ਉੱਤੇ ਵਾਲਾ ਛਿੱਲੜ. These houses have very thick walls and they remain cool during summer season. ਇਹਨਾਂ ਦੀਆਂ ਕੰਧਾਂ ਬਹੁਤ ਮੋਟੀਆਂ ਹੁੰਦੀਆਂ ਨੇ ਤੇ ਇਹ ਗਰਮੀ ਦੇ ਮੌਸਮ ਵਿੱਚ ਵੀ ਠੰਡੇ ਰਹਿੰਦੇ ਨੇ. ਆ ਦੇਖੋ, ਇਹ ਹੈਗਾ ਕੱਚਾ ਹਾਊਸ ਤੇ ਇੱਥੇ ਬਣਾਇਆ ਹੋਇਆ ਹੈ ਪੱਕਾ ਹਾਊਸ. ਕੱਚਾ ਹਾਊਸ ਦੀਆਂ ਜਿਹੜੀਆਂ ਦੀਵਾਰਾਂ ਹੁੰਦੀਆਂ ਬਹੁਤ ਮੋਟੀਆਂ ਹੁੰਦੀਆਂ ਨੇ. ਅੱਗੇ ਹੈ ਪੱਕਾ ਹਾਊਸ, ਪੱਕੇ ਮਕਾਨ. Nowadays, most of the houses are made of bricks. ਅੱਜ ਕੱਲ ਜ਼ਿਆਦਾਤਰ ਘਰ ਇੱਟਾਂ ਦੇ ਬਣੇ ਹੁੰਦੇ ਨੇ. Besides bricks, cement, stone, sand, wood and iron rods are used to build them. ਤੇ ਇਹਨਾਂ ਨੂੰ ਬਣਾਉਣ ਦੇ ਲਈ ਇੱਟਾਂ, ਸੀਮੈਂਟ, ਰੇਤਾ, ਪੱਥਰ, ਲੱਕੜ ਅਤੇ ਲੋਹੇ ਦੀਆਂ ਡਾਰਾਂ ਜਾਂ ਫਿਰ ਰੋਡਸ ਦੀ ਲੋੜ ਪੈਂਦੀ ਹੈ. Such houses are built by masons and laborers. ਅਜਿਹੇ ਘਰ ਮਜ਼ਦੂਰ ਬਣਾਉਂਦੇ ਨੇ ਜਾਂ ਫਿਰ ਕਾਰੀਗਰ ਬਣਾਉਂਦੇ ਨੇ. These houses are very strong. ਇਹ ਘਰ ਬਹੁਤ ਮਜ਼ਬੂਤ ਹੁੰਦੇ ਨੇ. They have strong walls which become hot during summers. ਤੇ ਇਹਨਾਂ ਦੀਆਂ ਕੰਧਾਂ ਗਰਮੀਆਂ ਦੇ ਵਿੱਚ ਬਹੁਤ ਗਰਮ ਹੋ ਜਾਂਦੀਆਂ ਨੇ. ਹਾਲਾਂਕਿ ਇਹ ਬਹੁਤ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਇੱਟਾਂ ਦੀ ਬਣੀਆਂ ਹੁੰਦੀਆਂ ਨੇ. Iron rods are used in the roof of such houses. ਤੇ ਅਜਿਹੇ ਘਰਾਂ ਦੀਆਂ ਛੱਤਾਂ ਤੇ ਆਪਾਂ ਲੋਹੇ ਦੀਆਂ ਤਾਰਾਂ ਜਾਂ ਫਿਰ ਰੋਡਸ ਦਾ ਇਸਤੇਮਾਲ ਕਰਦੇ ਹਾਂ. ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਛੱਤ ਪੱਕੀ ਬਣ ਸਕੇ. ਅੱਗੇ ਹੈ ਡਿਫਰੈਂਸ ਇਨ ਦ ਹਾਊਸਸ ਔਨ ਦ ਬੇਸਿਸ ਆਫ ਕਲਾਈਮੇਟ. ਜਲਵਾਯੂ ਦੇ ਆਧਾਰ ਤੇ ਘਰਾਂ ਵਿੱਚ ਅੰਤਰ. Climate means the weather condition of a particular area. Climate ਦਾ ਅਰਥ ਹੈ ਕਿਸੇ ਥਾਂ ਦਾ ਮੌਸਮ ਦੀ ਸਥਿਤੀ. All places do not have same climate. ਸਾਰੀਆਂ ਥਾਵਾਂ ਦਾ ਮੌਸਮ ਇੱਕੋ ਜਿਹਾ ਤਾਂ ਹੁੰਦਾ ਨਹੀਂ. Climate of some places is very hot or cold and some areas have more rainfall. ਕੁਝ ਸਥਾਨਾਂ ਦਾ ਜਲਵਾਯੂ ਬਹੁਤ ਗਰਮ ਜਾਂ ਠੰਡਾ ਹੁੰਦਾ ਹੈ ਅਤੇ ਕੁਝ ਖੇਤਰਾਂ ਵਿੱਚ ਵਧੇਰੇ ਬਾਰਿਸ਼ ਹੁੰਦੀ ਹੈ. So on the basis of climate, different types of houses are built. ਇਸ ਲਈ ਜਲਵਾਯੂ ਦੇ ਆਧਾਰ ਤੇ ਵੱਖ-ਵੱਖ ਤਰ੍ਹਾਂ ਦੇ ਘਰ ਬਣਾਏ ਜਾਂਦੇ ਨੇ. ਆ ਦੇਖੋ ਕਿਵੇਂ ਦੀਆਂ ਛੱਤਾਂ ਹੈਗੀਆਂ ਨੇ. ਹਾਊਸ ਵਿਦ ਸਲੋਪਿੰਗ ਰੂਫ, ਢਲਾਨ ਵਾਲੀ ਛੱਤ. ਇਗਲੂ, ਇਹ ਬਹੁਤ ਠੰਡ ਦੇ ਇਲਾਕੇ ਵਿੱਚ ਪਾਇਆ ਜਾਂਦਾ ਹੈ. ਹਾਊਸਸ ਮੇਡ ਆਫ ਸਟ੍ਰੋ ਰੂਫ, ਆਪਾਂ ਕਹਿ ਸਕਦੇ ਹਾਂ ਛੱਤਾਂ ਜੋ ਬਣਦੀਆਂ ਨੇ ਸਟ੍ਰੋਜ਼ ਦੇ ਨਾਲ. ਅੱਗੇ ਹੈ ਹਾਊਸਸ ਵਿਦ ਸਲੋਪਿੰਗ ਰੂਫ, ਆਪਾਂ ਇਹ ਵਾਲੇ ਪੜਾਂਗੇ. This kind of houses
बेटे ਇੱਥੇ this नहीं आएगा, these आएगा। These kind of houses are mostly seen in areas facing heavy rainfall and snowfall। ਢਲਾਨ ਵਾਲੀਆਂ ਛੱਤਾਂ ਵਾਲੇ ਘਰ। ਇਸ ਕਿਸਮ ਦੇ ਘਰ ਜ਼ਿਆਦਾਤਰ ਉਹਨਾਂ ਖੇਤਰਾਂ ਵਿੱਚ ਦੇਖੇ ਜਾਂਦੇ ਨੇ ਜਿੱਥੇ ਭਾਰੀ ਮੀਂਹ ਜਾਂ ਬਰਫ਼ਬਾਰੀ ਹੁੰਦੀ ਹੈ। Water flows down the roof of these houses। ਇਹਨਾਂ ਘਰਾਂ ਦੀਆਂ ਛੱਤਾਂ ਤੋਂ ਪਾਣੀ ਵਹਿ ਜਾਂਦਾ ਹੈ, ਕਿਉਂਕਿ ਜਿੱਥੇ ਜ਼ਿਆਦਾ ਬਾਰਿਸ਼ ਹੋ ਰਹੀ ਹੈ ਜਾਂ ਜ਼ਿਆਦਾ ਬਰਫ਼ਬਾਰੀ ਹੋ ਰਹੀ ਹੈ, ਜੇ ਇਦਾਂ ਸਿੱਧੀ ਛੱਤ ਹੋਏਗੀ ਜਿੱਦਾਂ ਸਾਡੇ ਪੰਜਾਬ ਵਿੱਚ ਹੁੰਦੀ ਹੈ ਤਾਂ ਸਾਰਾ ਪਾਣੀ ਇਕੱਠਾ ਹੋ ਜਾਏਗਾ। ਇੱਥੇ ਪਾਣੀ ਥੱਲੇ ਉਤਰ ਜਾਏ, ਜਿਹੜੀ ਬਾਰਿਸ਼ ਹੋ ਰਹੀ ਹੈ ਜਾਂ ਫਿਰ ਬਰਫ਼ ਪੈ ਰਹੀ ਹੈ ਉਹ ਥੱਲੇ ਉਤਰ ਜਾਏ, ਇਸੇ ਕਰਕੇ ਢਲਾਨ ਵਾਲੀਆਂ ਛੱਤਾਂ ਹੁੰਦੀਆਂ ਨੇ। We can commonly see such houses in Shimla and Manali। ਅਸੀਂ ਆਮ ਤੌਰ ਤੇ ਇਸ ਕਿਸਮ ਦੇ ਜਿਹੜੇ ਘਰ ਹੈਗੇ ਨੇ ਉਹ ਆਪਾਂ ਸ਼ਿਮਲਾ ਜਾਂ ਮਨਾਲੀ ਦੇਖ ਸਕਦੇ ਹਾਂ, ਜਿੱਥੇ ਬਹੁਤ ਬਰਫ਼ ਪੈਂਦੀ ਹੈ। ਅੱਗੇ ਹੈ ਇਗਲੂ। These houses are built of snow। ਇਹ ਘਰ ਬਰਫ਼ ਨਾਲ ਬਣੇ ਹੁੰਦੇ ਨੇ। They are built in the areas which remain covered with snow throughout the year। ਇਹ ਉਹਨਾਂ ਖੇਤਰਾਂ ਵਿੱਚ ਬਣਾਏ ਜਾਂਦੇ ਨੇ ਜੋ ਸਾਲ ਭਰ ਬਰਫ਼ ਨਾਲ ਢਕੇ ਹੁੰਦੇ ਨੇ ਇਲਾਕੇ। Polar regions of Earth are extremely cold and people living in those places build snow houses। ਧਰਤੀ ਦੇ ਪੂਰਬੀ ਖੇਤਰ, ਪੋਲਰ ਦਾ ਮਤਲਬ ਹੁੰਦਾ ਹੈ ਬਿਲਕੁਲ ਟੌਪ ਤੇ, ਇੱਥੇ ਜਾਂ ਫਿਰ ਥੱਲੇ, ਜੇ ਇਹ ਗੋਲ ਧਰਤੀ ਹੈਗੀ ਹੈ ਤੇ ਇੱਥੇ ਦੱਸਿਆ ਗਿਆ ਹੈ ਵੀ ਧਰਤੀ ਦੇ ਪੂਰਬੀ ਖੇਤਰ ਬਹੁਤ ਠੰਡੇ ਹੁੰਦੇ ਨੇ ਅਤੇ ਉਹਨਾਂ ਥਾਵਾਂ ਤੇ ਰਹਿਣ ਦੇ ਲਈ ਲੋਕ ਬਰਫ਼ ਦੇ ਘਰ ਬਣਾਉਂਦੇ ਨੇ। Although igloos are made of snow, they are warm from inside। ਭਾਵੇਂ ਇਗਲੂ ਬਰਫ਼ ਦੇ ਬਣੇ ਹੁੰਦੇ ਨੇ ਪਰ ਅੰਦਰੋਂ ਇਹ ਬਹੁਤ ਨਿੱਘੇ ਹੁੰਦੇ ਨੇ। People living in them are called Eskimos। ਤੇ ਇਹਨਾਂ ਥਾਵਾਂ ਤੇ ਰਹਿਣ ਵਾਲੇ, ਇਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਐਸਕੀਮੋਸ ਕਿਹਾ ਜਾਂਦਾ ਹੈ। ਦੇਖੋ ਬਣਾਏ ਵੀ ਹੋਏ ਨੇ ਇਹਨਾਂ ਦੀ ਤਸਵੀਰ। ਅੱਗੇ ਹੈ houses made of straw roof। ਆਪਾਂ ਹੁਣੇ ਦੇਖਿਆ ਸੀ ਨਾ, ਜਿਹੜੇ straw ਦੀ ਡੰਡੀਆਂ ਜਾਂ ਫਿਰ ਉਹਦੇ ਨਾਲ ਬਣਦੇ ਨੇ ਉਹ ਵਾਲੇ ਘਰ। This kind of houses, ਫਿਰ this ਲਿਖਿਆ these ਆਏਗਾ। These kind of houses are built in those areas where rainfall is less। ਇਹ ਉਹਨਾਂ ਖੇਤਰਾਂ, ਉਹਨਾਂ ਇਲਾਕਿਆਂ ਵਿੱਚ ਪਾਏ ਜਾਂਦੇ ਨੇ ਘਰ ਜਿੱਥੇ ਬਰਫ਼ਬਾਰੀ ਜਾਂ ਮੀਂਹ ਘੱਟ ਪੈਂਦਾ ਹੈ। Such areas are mostly dry। ਅਜਿਹੇ ਖੇਤਰ ਜ਼ਿਆਦਾਤਰ ਸੁੱਕੇ ਹੁੰਦੇ ਨੇ। Due to extremely hot climate, people live in small houses made of straw roof। ਅੱਤ ਦੀ ਗਰਮੀ ਕਾਰਨ ਲੋਕ ਇਹਨਾਂ ਜੇ ਘਰ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੀ ਛੱਤਾਂ ਸਟ੍ਰॉज ਦੇ ਨਾਲ ਬਣੀਆਂ ਹੁੰਦੀਆਂ ਨੇ। ਸਟ੍ਰॉज ਨੂੰ ਕੁਝ ਲੋਕ ਤੂੜੀ ਵੀ ਕਹਿੰਦੇ ਨੇ। They are generally mud houses। ਆਮ ਤੌਰ ਤੇ ਇਹ ਕੱਚੇ ਘਰ ਹੁੰਦੇ ਨੇ। Because of low rainfall, there is no fear of leakage। ਮੀਂਹ ਘੱਟ ਪੈਣ ਕਾਰਨ ਲੀਕੇਜ ਯਾਨੀ ਪਾਣੀ ਥੱਲੇ ਆਉਣ ਦਾ ਕੋਈ ਡਰ ਵੀ ਨਹੀਂ ਹੁੰਦਾ। ਠੀਕ ਹੈ ਕਿ ਛੱਤ ਚੋਂ ਪਾਣੀ ਟਪਕੇਗਾ। ਅੱਗੇ ਹੈ ਫਰਸਟ ਕੁਐਸਚਨ, where can we find the houses with sloping roof। ਢਲਾਨ ਵਾਲੀਆਂ ਛੱਤਾਂ ਵਾਲੇ ਘਰ ਅਸੀਂ ਕਿੱਥੇ ਦੇਖ ਸਕਦੇ ਹਾਂ, ਕਿੱਥੇ ਮਿਲਦੇ ਨੇ। ਆਨਸਰ ਹੈ houses with sloping roof are seen in hilly areas। ਢਲਾਨ ਵਾਲੀਆਂ ਛੱਤਾਂ ਵਾਲੇ ਘਰ ਜ਼ਿਆਦਾਤਰ ਸਾਨੂੰ ਪਹਾੜੀ ਇਲਾਕੇ ਵਿੱਚ ਦੇਖਣ ਨੂੰ ਮਿਲਦੇ ਨੇ। These areas receive heavy rainfall and snowfall। ਇਹਨਾਂ ਖੇਤਰਾਂ ਵਿੱਚ ਭਾਰੀ ਮਾਤਰਾ ਵਿੱਚ ਮੀਂਹ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਬਰਫ਼ਬਾਰੀ ਵੀ ਹੁੰਦੀ ਹੈ। Example, ਜੰਮੂ ਐਂਡ ਕਸ਼ਮੀਰ, ਸ਼ਿਮਲਾ ਐਂਡ ਮਨਾਲੀ। ਉਦਾਹਰਨ ਦੇ ਤੌਰ ਤੇ ਆਪਾਂ ਦਿੱਤਾ ਹੈ ਜੰਮੂ ਕਸ਼ਮੀਰ, ਸ਼ਿਮਲਾ ਤੇ ਮਨਾਲੀ। ਸੈਕੰਡ ਕੁਐਸਚਨ, in which areas are igloos built। ਇਗਲੂ ਕਿਹਨਾਂ ਖੇਤਰਾਂ ਵਿੱਚ ਬਣਾਏ ਜਾਂਦੇ ਨੇ। Igloos are built in areas where there is a lot of snowfall। ਇਗਲੂ ਉਹਨਾਂ ਖੇਤਰਾਂ ਵਿੱਚ ਬਣਾਏ ਜਾਂਦੇ ਨੇ ਜਿੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ। Such areas continue to be covered with a layer of snow। ਅਜਿਹੇ ਖੇਤਰਾਂ ਦੇ ਵਿੱਚ ਬਰਫ਼ ਦੀ ਇੱਕ ਪਰਤ ਪਈ ਹੀ ਰਹਿੰਦੀ ਹੈ। Example, polar regions or country like Canada and Greenland। या तो polar regions हो गए
या फिर कंट्रीज लाइक कैनेडा एंड ग्रीनलैंड। ठीक है बच्चों, आगे है डिफरेंस इन हाउसेस ऑन द बेसिस ऑफ फिजिकल कंडीशंस। ਕਿਹੇ ਜੀਆਂ ਫਿਜ਼ੀਕਲ ਕੰਡੀਸ਼ਨਸ ਨੇ ਰਹਿਣ ਦਾ ਸੁਭਾਅ ਕਿਦਾਂ ਦਾ ਬਣਦਾ ਹੈ ਉਸ ਦੇ ਆਧਾਰ ਤੇ ਵੱਖ-ਵੱਖ ਤਰ੍ਹਾਂ ਦੇ ਘਰ ਬਣਾਏ ਜਾਂਦੇ ਨੇ, ਘਰਾਂ ਵਿੱਚ ਅੰਤਰ ਹੁੰਦਾ ਹੈ। It means people live in different types of houses on the basis of physical conditions such as facilities in the area, business, population, etc. ਲੋਕ different physical ਸਥਿਤੀਆਂ ਕਰਕੇ ਵੱਖ-ਵੱਖ ਖੇਤਰਾਂ ਦੀ ਸਹੂਲਤਾਂ ਕਰਕੇ ਵੱਖ-ਵੱਖ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਨੇ। ਉਹ ਬਹੁਤ ਸਾਰੀਆਂ ਚੀਜ਼ਾਂ ਤੇ ਪ੍ਰਭਾਵਿਤ ਹੁੰਦਾ ਹੈ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਆਧਾਰਿਤ ਹੁੰਦਾ ਹੈ, ਜਿਵੇਂ ਕਿ ਸਹੂਲਤਾਂ ਕਿਹੋ ਜੀਆਂ ਨੇ, ਕਾਰੋਬਾਰ ਦੇ ਆਧਾਰ ਤੇ ਵੱਖ-ਵੱਖ ਕਿਸਮਾਂ ਦੇ ਘਰ ਬਣਾਏ ਜਾਂਦੇ ਨੇ। ਤੇ ਆ ਦੇਖੋ, ਇੱਕ ਹੈਗਾ ਫਲੈਟਸ ਤੇ ਦੂਜੇ ਪਾਸੇ ਹੈਗੇ ਨੇ ਸਿੰਗਲ ਹਾਊਸ। ਜਿਸ ਜਨਸੰਖਿਆ ਜ਼ਿਆਦਾ ਹੋਏ, ਲੋਕ ਬਹੁਤ ਜ਼ਿਆਦਾ ਹੋਣ, ਰਹਿਣ ਦੀ ਥਾਂ ਘੱਟ ਹੋਏ ਤਾਂ ਫਲੈਟਸ ਬਣਾਏ ਜਾਂਦੇ ਨੇ, ਵਰਨਾ ਖੁੱਲੇ ਇਲਾਕਿਆਂ ਦੇ ਵਿੱਚ ਆਪਾਂ ਸਿੰਗਲ ਹਾਊਸ ਰਹਿੰਦੇ ਹੈਗੇ ਨੇ। ਅੱਗੇ ਹੈ ਮਲਟੀ ਸਟੋਰੀ ਬਿਲਡਿੰਗਸ। ਇੱਕ ਦੇ ਉੱਤੇ ਇੱਕ, ਇੱਕ ਦੇ ਉੱਤੇ ਇੱਕ ਘਰ, ਉਹਨਾਂ ਨੂੰ ਇਮਾਰਤਾਂ ਨੂੰ ਮਲਟੀ ਸਟੋਰੀ ਬਿਲਡਿੰਗਸ ਕਿਹਾ ਜਾਂਦਾ ਹੈ। Such houses are found in big and metro cities. ਅਜਿਹੇ ਘਰ ਵੱਡੇ ਜਾਂ ਫਿਰ ਮੈਟਰੋ ਸਿਟੀਜ਼ ਜਿੱਥੇ ਜ਼ਿਆਦਾ ਕਾਰੋਬਾਰ ਚੱਲਦਾ ਹੈ ਉਹਨਾਂ ਵਿੱਚ ਪਾਏ ਜਾਂਦੇ ਨੇ। These cities have large population and less space to build houses. ਇਹਨਾਂ ਸ਼ਹਿਰਾਂ ਦੇ ਵਿੱਚ ਆਬਾਦੀ ਜ਼ਿਆਦਾ ਹੁੰਦੀ ਹੈ ਤੇ ਘਰ ਬਣਾਉਣ ਦੀ ਥਾਂ ਬਹੁਤ ਘੱਟ ਹੁੰਦੀ ਹੈ, ਇਸੇ ਕਰਕੇ ਮਲਟੀ ਸਟੋਰੀ, ਇੱਕ ਦੇ ਉੱਤੇ ਇੱਕ, ਇੱਕ ਦੇ ਉੱਤੇ ਇੱਕ ਫਲੈਟ ਵਰਗੇ ਘਰ ਬਣੇ ਹੁੰਦੇ ਨੇ। ਸੋ ਮਲਟੀ ਸਟੋਰੀ ਬਿਲਡਿੰਗਸ ਆਰ ਬਿਲਟ, ਕਿਉਂਕਿ ਥਾਂ ਘੱਟ ਹੁੰਦੀ ਹੈ, ਇਸ ਕਰਕੇ ਬਹੁ ਮੰਜ਼ਿਲ ਇਮਾਰਤਾਂ ਬਣੀਆਂ ਹੁੰਦੀਆਂ ਨੇ। These buildings have similar type of houses which are called flats. ਤੇ ਇਹਨਾਂ ਇਮਾਰਤਾਂ ਵਿੱਚ ਇੱਕੋ ਕਿਸਮ ਦੇ, ਇੱਕੋ ਤਰੀਕੇ ਦੇ ਮਕਾਨ ਜਾਂ ਘਰ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਫਲੈਟਸ ਕਹੀਦਾ ਹੈ। Lifts and stairs are used to reach the upper floors of the building. ਤੇ ਇਸ ਇਮਾਰਤਾਂ ਦੇ ਉੱਪਰਲੇ ਮੰਜ਼ਿਲਾਂ ਤੱਕ ਪਹੁੰਚਣ ਲਈ ਲਿਫਟ ਜਾਂ ਫਿਰ ਪੌੜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਗੇ ਹੈ ਸਿੰਗਲ ਹਾਊਸ। Single houses are usually found in small cities, towns and villages. ਕੱਲੇ ਘਰ ਆਮ ਤੌਰ ਤੇ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਬੀਲਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪਾਏ ਜਾਂਦੇ ਨੇ। In small cities and towns, people purchase their own piece of land and houses. ਛੋਟੇ ਸ਼ਹਿਰਾਂ ਵਿੱਚ ਲੋਕ ਆਪਣਾ ਇੱਕ ਹਿੱਸਾ ਖਰੀਦਦੇ ਨੇ, ਜ਼ਮੀਨ ਦਾ ਟੁਕੜਾ, ਤੇ ਉਹਦੇ ਤੇ ਘਰ ਬਣਾਉਂਦੇ ਨੇ। These houses have different shapes and sizes. ਇਹਨਾਂ ਘਰਾਂ ਦੇ ਵੱਖ-ਵੱਖ ਆਕਾਰ ਹੁੰਦੇ ਨੇ ਤੇ ਸਾਈਜ਼ ਹੁੰਦਾ ਹੈ। Most of them are made of bricks. ਜ਼ਿਆਦਾਤਰ ਇਹ ਜਿਹੜੇ ਘਰ ਹੁੰਦੇ ਨੇ ਇੱਟਾਂ ਦੇ ਬਣੇ ਹੁੰਦੇ ਨੇ। ਹੁਣ ਤੁਸੀਂ ਵੱਖ-ਵੱਖ ਕਿਸਮ ਦੇ ਘਰ ਦੇਖ ਸਕਦੇ ਹੋ, ਇੱਥੇ ਤਸਵੀਰਾਂ ਦਿੱਤੀਆਂ ਗਈਆਂ ਨੇ। ਟਰੀ ਹਾਊਸ ਜੋ ਟਰੀ ਤੇ ਬਣਾਇਆ ਜਾਂਦਾ ਹੈ। ਕਾਰਵਾਨਸ, ਆ ਦੇਖੋ, ਇੱਕ ਥਾਂ ਤੋਂ ਜੋ ਲੋਕ ਦੂਜੇ ਥਾਂ ਜਾਂਦੇ ਨੇ ਉਹ ਜਿਹੇ ਘਰਾਂ ਵਿੱਚ ਜਾਂਦੇ ਨੇ। ਇੱਥੇ ਹੈਗਾ ਟੈਂਟ ਹਾਊਸ, ਜਦ ਤੁਸੀਂ ਵੀ ਘੁੰਮਣ ਜਾਓਗੇ ਤੁਸੀਂ ਅਜਿਹੇ ਘਰ ਦੇ ਵਿੱਚ ਰਹੋਗੇ। ਤੇ ਇੱਕ ਹੈਗਾ ਬੋਟ ਹਾਊਸ, ਕਿਸ਼ਤੀ ਦਾ ਘਰ। ਆਓ ਇਹਨਾਂ ਸਾਰਿਆਂ ਨੂੰ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾ ਹੈ ਟਰੀ ਹਾਊਸ, ਜੋ ਕਿ ਇੱਕ ਰੁੱਖ ਦੇ ਸਹਾਰੇ ਬਣਾਇਆ ਜਾਂਦਾ ਹੈ। This type of houses, ਫਿਰ this ਨਹੀਂ, these, ਕਿਉਂਕਿ ਹਾਊਸਿਸ ਇੱਕ ਤੋਂ ਵੱਧ ਹੈਗਾ ਤਾਂ ਇੱਥੇ these ਆਏਗਾ। These type of houses are built in forest. ਇਸ ਕਿਸਮ ਦੇ ਘਰ ਜੰਗਲਾਂ ਵਿੱਚ ਬਣੇ ਹੁੰਦੇ ਨੇ। They are built over the trees to protect the residents from wild animals. ਉਹ ਜੰਗਲੀ ਜਾਨਵਰਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਰੁੱਖਾਂ ਦੇ ਉੱਪਰ ਬਣੇ ਹੁੰਦੇ ਨੇ। Nowadays, many people make tree houses for fun and enjoyment. ਤੇ ਅੱਜਕੱਲ ਬਹੁਤ ਸਾਰੇ ਲੋਕ ਘੁੰਮਣ ਫਿਰਨ ਦੇ ਲਈ, ਮौज ਮਸਤੀ ਦੇ ਲਈ ਅਜਿਹੇ ਘਰ ਬਣਾ ਰਹੇ ਹੈਗੇ ਨੇ। ਵਧੀਆ ਲੱਗਦੇ ਨੇ ਨਾ ਰੁੱਖਾਂ ਦੇ ਘਰ। These houses look extremely beautiful. ਇਹ ਘਰ ਬੇਹੱਦ ਖੂਬਸੂਰਤ ਲੱਗਦੇ ਨੇ, ਬੇਸ਼ੱਕ ਤੁਸੀਂ ਤਸਵੀਰ ਦੇ ਵਿੱਚ ਦੇਖ ਲਓ। They are generally made of wood. ਤੇ ਉਹ ਆਮ ਤੌਰ ਤੇ ਲੱਕੜ ਦੇ ਬਣੇ ਹੁੰਦੇ ਨੇ। ਅਗਲਾ ਹੈ ਬੋਟ ਹਾਊਸ।
These houses are built in the lakes. ਇਹ ਘਰ ਝੀਲਾਂ ਵਿੱਚ ਬਣੇ ਹੁੰਦੇ ਨੇ. Boat houses float on the surface of water. ਕਿਸ਼ਤੀ ਘਰ ਜਿਹੜੇ ਹੈਗੇ ਨੇ ਉਹ ਪਾਣੀ ਦੇ ਉੱਤੇ ਤੈਰਦੇ ਨੇ. In our country, such houses are seen in Dal Lake of Srinagar. ਤੇ ਸਾਡੇ ਦੇਸ਼ ਦੇ ਵਿੱਚ ਸ਼੍ਰੀਨਗਰ ਦੇ ਦਲ ਝੀਲ ਦੇ ਵਿੱਚ ਅਜਿਹੇ ਘਰ ਦੇਖਣ ਨੂੰ ਮਿਲਦੇ ਨੇ. They are mostly used by the tourist. ਤੇ ਅਜਿਹੇ ਘਰ ਜ਼ਿਆਦਾਤਰ ਟੂਰਿਸਟ ਲੋਕ ਇਸਤੇਮਾਲ ਕਰਦੇ ਨੇ. ਬਾਹਰੋਂ ਘੁੰਮਣ ਆਏ ਤੇ ਬੋਟ ਹਾਊਸ ਦੇ ਵਿੱਚ ਰਹਿ ਗਏ ਕਿਉਂਕਿ ਦੇਖਣ ਲਈ ਨਜ਼ਾਰਾ ਬਹੁਤ ਵਧੀਆ ਹੁੰਦਾ ਹੈ. ਅੱਗੇ ਹੈਗੇ ਨੇ ਕਾਰਵਾਨਸ. These are temporary houses. ਇਹ ਅਸਥਾਈ ਘਰ ਹੁੰਦੇ ਨੇ. They are in the shape of a cart that can move from one place to another. ਤੇ ਇਹ ਇੱਕ ਗੱਡੇ ਦੀ ਸ਼ੇਪ ਦੇ ਹੁੰਦੇ ਨੇ, ਗੱਡੇ ਦੇ ਰੂਪ ਵਿੱਚ ਹੁੰਦੇ ਨੇ ਜੋ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਸਕਦੇ ਨੇ. These houses are built by those people who have no permanent residence, such as Vanjaras, Khanabados and nomadic people. ਤੇ ਇਹ ਘਰ ਉਹਨਾਂ ਲੋਕਾਂ ਲਈ ਬਣਾਏ ਜਾਂਦੇ ਨੇ ਜਿਨ੍ਹਾਂ ਦਾ ਰਹਿਣ ਦਾ ਕੋਈ ਪੱਕਾ ਠਿਕਾਣਾ ਨਹੀਂ ਹੁੰਦਾ, ਜਿਵੇਂ ਕਿ ਵਣਜਾਰੇ, ਖਾਨਾਬਦੋਸ਼ ਜਾਂ ਫਿਰ ਨੋਮੈਡਿਕ ਟ੍ਰਾਈਬਸ. ਉਹ ਲੋਕ ਜੋ ਇੱਕ ਥਾਂ ਤੋਂ ਦੂਜੇ ਥਾਂ ਘੁੰਮਦੇ ਰਹਿੰਦੇ ਨੇ. ਤੁਸੀਂ ਦੇਖਿਆ ਹੋਣਾ ਉਹਨਾਂ ਕੋਲ ਜਾਨਵਰ ਪਸ਼ੂ ਵੀ ਹੁੰਦੇ ਨੇ. ਅੱਗੇ ਹੈਗੇ ਟੈਂਟ ਹਾਊਸ, ਟੈਂਟ ਦੇ ਘਰ. They are also temporary houses that are built temporarily for some time to live in. ਤੇ ਇਹ ਵੀ ਅਸਥਾਈ ਘਰ ਹੁੰਦੇ ਨੇ ਜੋ ਕਿ ਅਸਥਾਈ ਤੌਰ ਤੇ ਬਣਾਏ ਜਾਂਦੇ ਨੇ ਤਾਂ ਜੋ ਥੋੜੀ ਦੇਰ ਦੇ ਲਈ ਕਿਤੇ ਰੁਕਿਆ ਜਾ ਸਕੇ. Mostly soldiers, mountaineers, participants in camps and circus people live in tent houses because they have to move from one place to another. ਤੇ ਜ਼ਿਆਦਾਤਰ ਸਿਪਾਹੀ ਹੋ ਗਏ ਜਾਂ ਫਿਰ ਜੋ ਪਹਾੜਾਂ ਤੇ ਜਾਂਦੇ ਨੇ ਉਹ ਲੋਕ ਹੋ ਗਏ. ਪਾਰਟਿਸਿਪੈਂਟਸ ਆਫ ਕੈਂਪਸ, ਭਾਗੀਦਾਰ ਜੋ ਕੈਂਪਾਂ ਦੇ ਹੁੰਦੇ ਨੇ, ਜਾਂ ਫਿਰ ਸਰਕਸ ਦੇ ਲੋਕ ਜ਼ਿਆਦਾਤਰ ਅਜਿਹੀ ਥਾਵਾਂ ਤੇ ਰੁਕਦੇ ਨੇ ਕਿਉਂਕਿ ਉਹ ਇੱਕ ਥਾਂ ਤੇ ਜ਼ਿਆਦਾ ਦੇਰ ਨਹੀਂ ਰੁਕਦੇ. ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੀ ਹੁੰਦਾ ਤੇ ਉਹ ਟੈਂਟ ਹਾਊਸ ਦੇ ਵਿੱਚ ਆਪਣਾ ਘਰ ਬਣਾਉਂਦੇ ਨੇ. These tents are built with canvas and bamboos tied with ropes. ਤੇ ਇਹ ਟੈਂਟ ਦੇ ਜਿਹੜੇ ਘਰ ਹੁੰਦੇ ਨੇ ਇਹ ਕੈਨਵਸ ਹੁੰਦਾ ਇੱਕ ਤਰੀਕੇ ਦਾ ਕਪੜਾ ਤੇ ਬੈਂਬੂ ਹੁੰਦਾ ਬਾਂਸ, ਉਹਦੇ ਨਾਲ ਰੱਸੀਆਂ ਨੂੰ ਜੋੜ ਕੇ ਬਣਾਏ ਜਾਂਦੇ ਨੇ. ਠੀਕ ਹੈ ਬੱਚਿਓ. ਅਗਲਾ ਹੈ ਥਰਡ ਕੁਐਸਚਨ. What do you call to the houses which float on water? ਪਾਣੀ ਤੇ ਤੈਰਦੇ ਘਰਾਂ ਨੂੰ ਤੁਸੀਂ ਕੀ ਕਹਿੰਦੇ ਹੋ? Houses that float on water are known as boat houses or houseboats. ਜੋ ਘਰ ਪਾਣੀ ਤੇ ਤੈਰਦੇ ਹਨ ਉਹਨਾਂ ਨੂੰ ਕਿਸ਼ਤੀ ਘਰ ਜਾਂ ਫਿਰ houseboat ਕਿਹਾ ਜਾਂਦਾ ਹੈ. Fourth question. Which kind of people use tents to live? ਕਿਸ ਕਿਸਮ ਦੇ ਲੋਕ ਟੈਂਟ ਦੇ ਵਿੱਚ ਰਹਿੰਦੇ ਨੇ ਜਾਂ ਟੈਂਟ ਦੀ ਵਰਤੋਂ ਕਰਦੇ ਨੇ ਰਹਿਣ ਦੇ ਲਈ? इसका आंसर है soldiers, participants in camps, mountaineers, circus people और people gone for camping use tent houses. सिपाही, कैंपा विच भाग लैण वाले लोग, पहाड़ा ते चढ़न वाले लोग, सर्कस विच काम करन वाले लोग या फिर वो लोग जो कैंपिंग ਲਈ गए हुए ने किते ना किते वो भी टेंटां दा इस्तेमाल करते ने. आगे है फर्स्ट एक्टिविटी. Make a nameplate of your house on a drawing book या फिर sheet and also mention the type of the house. Drawing book या फिर sheet ਤੇ ਆਪਣੀ name plate ਬਣਾਓ ਘਰ ਦੀ, ਜਿਵੇਂ ਤੁਹਾਡਾ ਐਡਰੈਸ ਲਿਖਿਆ ਹੁੰਦਾ ਹੈ ਘਰ ਦੇ ਬਾਹਰ, ਤੇ ਇਹ ਵੀ ਦੱਸੋ ਤੁਸੀਂ ਕਿਸ ਪ੍ਰਕਾਰ ਦੇ ਘਰ ਵਿੱਚ ਰਹਿ ਰਹੇ ਹੋ. ਤੇ ਮੈਂ ਇਸ ਦਾ ਉੱਤਰ ਲਿਖਿਆ ਹੈ I live in plains ਕਿਉਂਕਿ ਮੈਂ ਮੈਦਾਨੀ ਇਲਾਕੇ ਵਿੱਚ ਰਹਿੰਦੀ ਹਾਂ ਜਾਂ ਰਹਿੰਦਾ ਹਾਂ. And I have a ਪੱਕਾ, ਤੁਹਾਡਾ ਪੱਕਾ ਹਾਊਸ ਹੈ ਤਾਂ ਪੱਕਾ ਲਿਖਿਓ, ਕੱਚਾ ਹੈਗਾ ਤਾਂ ਕੱਚਾ ਹਾਊਸ ਵਿਦ ਫਲੈਟ ਰੂਫ, ਜਿਹੜੀ ਛੱਤ ਹੈਗੀ ਹੈ ਉਹ ਢਲਾਣ ਵਾਲੀ ਨਹੀਂ ਹੈ, ਫਲੈਟ ਹੈ. ਠੀਕ ਹੈ ਬੱਚਿਓ. ਅੱਗੇ ਚੱਲਦੇ ਹਾਂ ਫॉर ਟੀਚਰ, ਅਧਿਆਪਕ ਦੇ ਲਈ. ਇਨ ਦਿਸ ਐਕਟੀਵਿਟੀ ਮੇਕ ਦ ਸਟੂਡੈਂਟਸ understand the importance of name plates to find the houses of the people living in a particular area.
ਇੱਕ ਤਾਂ ਬੱਚਿਓ ਅੰਡਰਸਟੈਂਡ ਦੇ ਸਪੈਲਿੰਗ ਏ ਹੁੰਦੇ ਨੇ ਤੇ ਇੱਥੇ ਦੱਸਿਆ ਗਿਆ ਵੀ ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਇੱਕ ਖਾਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਘਰ ਲੱਭਣ ਦੇ ਲਈ ਨੇਮ ਪਲੇਟ ਦੀ ਮਦਦ ਲਈ ਜਾਂਦੀ ਹੈ, ਉਸ ਬਾਰੇ ਸਮਝਾਓ। ਜਿਵੇਂ ਘਰਾਂ ਦੇ ਬਾਹਰ ਐਡਰੈਸ ਲਿਖਿਆ ਹੁੰਦਾ ਹੈ ਨਾ, the teacher should guide the students to write the number of their house, their name or their father's name, street number, mohalla, etc. on their name plate. ਤੇ ਇਹ ਉਹ ਅਧਿਆਪਕ ਜਿਹੜੇ ਹੈਗੇ ਨੇ ਉਹ ਵਿਦਿਆਰਥੀਆਂ ਨੂੰ ਇਹ ਸਮਝਾਣਗੇ ਕਿ ਉਹਨਾਂ ਦੇ ਘਰ ਦੀ ਨੰਬਰ ਪਲੇਟ ਦੇ ਉੱਤੇ ਉਹਨਾਂ ਦਾ ਹਾਊਸ ਨੰਬਰ ਕੀ ਪਤਾ ਹੈਗਾ, ਉਹਨਾਂ ਦਾ ਨਾਂ ਜਾਂ ਫਿਰ ਉਹਨਾਂ ਦੇ ਪਿਤਾ ਜੀ ਦਾ ਨਾਂ, ਗਲੀ ਦਾ ਨੰਬਰ, ਮੁਹੱਲਾ ਆਦਿ ਦੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ। Moreover, an activity can be done by using the classroom as a locality and placing name plates over there and finding out a particular house. ਤੇ ਨਾਲ ਦੀ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਗਤੀਵਿਧੀ ਵੀ ਕੀਤੀ ਜਾ ਸਕਦੀ ਹੈ ਕਲਾਸਰੂਮ ਦੇ ਵਿੱਚ, ਜਿਸ ਵਿੱਚ ਕਲਾਸਰੂਮ ਨੂੰ ਇੱਕ ਮੁਹੱਲਾ ਜਾਂ ਇਲਾਕਾ ਵਜੋਂ ਵਰਤਿਆ ਜਾ ਸਕਦਾ ਹੈ ਤੇ ਉੱਥੇ ਨੇਮ ਪਲੇਟ ਲਗਾਈ ਜਾ ਸਕਦੀ ਹੈ ਤੇ ਇੱਕ ਖਾਸ ਘਰ ਨੂੰ ਪਤਾ ਲਗਾਉਣ ਲਈ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਵੇਂ ਸਾਡੇ ਬੈਂਚ ਪਏ ਹੁੰਦੇ ਨੇ ਉਹ ਹੋ ਗਏ ਵੱਖ-ਵੱਖ ਘਰ ਤੇ ਸਾਡਾ ਜਿਹੜਾ ਕਲਾਸਰੂਮ ਹੈਗਾ ਉਹ ਪਾਰਟਿਕੂਲਰ ਇਲਾਕਾ ਹੈਗਾ ਤੇ ਜੇ ਤੁਸੀਂ ਠੀਕ ਐਡਰੈਸ ਲਿਖਿਆ ਤਾਂ ਅਸੀਂ ਬਿਲਕੁਲ ਠੀਕ ਥਾਂ ਤੇ ਪਹੁੰਚ ਜਾਵਾਂਗੇ। ਤੇ ਜ਼ਰੂਰ ਯਾਦ ਰੱਖਿਓ ਵੀ ਤੁਸੀਂ ਜਦ ਆਪਣੇ ਘਰ ਦੀ ਨੇਮ ਪਲੇਟ ਲਾਉਂਦੇ ਹੋ ਉਸ ਤੇ ਕੀ ਕੀ ਹੋਣਾ ਚਾਹੀਦਾ ਹੈ, ਘਰ ਦਾ ਨੰਬਰ, ਆਪਣਾ ਜਾਂ ਪਿਤਾ ਜੀ ਦਾ ਨਾਂ, ਗਲੀ ਦਾ ਨੰਬਰ, ਮੁਹੱਲਾ ਆਦि ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਘਰ ਲੱਭਣ ਦੇ ਵਿੱਚ ਆਸਾਨੀ ਹੋਏ। ਠੀਕ ਹੈ ਬੇਟਾ, ਅੱਗੇ ਵਧਦੇ ਹਾਂ। ਵੈਰਾਈਟੀ ਆਫ ਹਾਊਸਸ ਅਕੋਰਡਿੰਗ ਟੂ ਦਾ ਅਵੇਲੇਬਿਲਿਟੀ ਆਫ ਮਟੀਰੀਅਲ। ਸਮੱਗਰੀ ਜਾਂ ਸਮਾਨ ਦੀ ਉਪਲਬਧਤਾ ਦੇ ਅਨੁਸਾਰ ਵੱਖ-ਵੱਖ ਕਿਸਮਾਂ ਦੇ ਮਕਾਨ। It means if a particular material is available in a large quantity in a particular region, that can be easily used to build houses. ਤੇ ਇੱਥੇ ਇਹ ਦੱਸਿਆ ਗਿਆ ਹੈ ਵੀ ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਖਾਸ ਖੇਤਰ ਵਿੱਚ ਜਾਂ ਕਿਸੇ ਖਾਸ ਇਲਾਕੇ ਦੇ ਵਿੱਚ ਇੱਕ ਖਾਸ ਤਰੀਕੇ ਦੀ ਸਮੱਗਰੀ ਵੱਡੀ ਮਾਤਰਾ ਵਿੱਚ ਉਪਲਬਧ ਹੈ ਤਾਂ ਉਸ ਦੀ ਵਰਤੋਂ ਘਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਆਸਾਨੀ ਨਾਲ ਮਿਲ ਜਾਏਗੀ। On this basis, we find the following types of houses. ਤੇ ਇਸ ਆਧਾਰ ਤੇ ਅਸੀਂ ਹੇਠ ਲਿਖੀਆਂ ਕਿਸਮਾਂ ਘਰਾਂ ਦੀ ਲੱਭ ਸਕਦੇ ਨੇ। First is stone houses, ਪੱਥਰ ਦੇ ਘਰ। These houses are usually seen in mountainous ਇੱਥੇ gap ਹੈਗਾ areas where rocks and stones are in plenty. ਤੇ ਇਸ ਤਰੀਕੇ ਦੇ ਘਰ ਤੁਸੀਂ ਆਮ ਤੌਰ ਤੇ ਪਹਾੜੀ ਖੇਤਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਜ਼ਿਆਦਾਤਰ ਤੁਹਾਨੂੰ ਚਟਾਨਾਂ ਜਾਂ ਫਿਰ ਪੱਥਰ ਬਹੁਤ ਮਾਤਰਾ ਦੇ ਵਿੱਚ ਮਿਲਣਗੇ। Slates of rocks are easily found in the flowing rivers. ਤੇ ਵਗਦੀਆਂ ਨਦੀਆਂ ਦੇ ਵਿੱਚ ਸਲੇਟਾਂ ਇੱਕ ਤਰੀਕੇ ਦੇ ਪੱਥਰ ਹੁੰਦੇ ਨੇ ਉਹ ਆਸਾਨੀ ਨਾਲ ਤੁਹਾਨੂੰ ਮਿਲ ਜਾਂਦੇ ਨੇ। ਫਲੈਟ ਜਿਹਨੂੰ ਸਿੱਧੇ ਪੱਥਰ ਕਹੀਦਾ। These are used to build the roof of the houses. ਸਿੱਧੇ ਸਿੱਧੇ ਜਿਵੇਂ ਹੁੰਦੇ ਨਹੀਂ ਉਹ ਵਾਲੇ ਪੱਥਰ ਤੇ ਇਹਨਾਂ ਦੀ ਵਰਤੋਂ ਘਰਾਂ ਦੀਆਂ ਛੱਤਾਂ ਬਣਾਉਣ ਦੇ ਲਈ ਕੀਤੀ ਜਾਂਦੀ ਹੈ। Bamboo houses, ਬਾਂਸ ਦੇ ਘਰ। These houses are found in those areas where bamboos are found in large quantity. ਇਹ ਘਰ ਉਹਨਾਂ ਇਲਾਕਿਆਂ ਵਿੱਚ ਪਾਏ ਜਾਂਦੇ ਨੇ ਜਿੱਥੇ ਬਾਂਸ ਹੁੰਦੇ ਨੇ ਵੱਡੀ ਮਾਤਰਾ ਦੇ ਵਿੱਚ। ਬਾਂਸ ਜਾਂ ਬੈਂਬੂ ਵੱਡੀ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ। These areas face heavy rainfall and floods. ਇਹ ਖੇਤਰ ਦੇ ਵਿੱਚ ਭਾਰੀ ਮੀਂਹ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੂੰ। So the houses are built above the ground by digging bamboos in the earth to save the residents from floods. ਤੇ ਇਸ ਇਲਾਕੇ ਦੇ ਜਿਹੜੇ ਘਰ ਹੈਗੇ ਨੇ ਉਹ ਜਿਹੜੇ ਵਾਸੀ ਬਣਾਉਂਦੇ ਨੇ ਉਹ ਕੀ ਕਰਦੇ ਨੇ ਘਰਾਂ ਨੂੰ ਮੀਂਹ ਤੋਂ ਬਚਾਉਣ ਦੇ ਲਈ ਬਾਂਸ ਨੂੰ ਜ਼ਮੀਨ ਦੇ ਵਿੱਚ ਗਹਿਰਾ ਗੜ ਦਿੰਦੇ ਨੇ ਤੇ ਉਸ ਤੋਂ ਬਾਅਦ ਘਰ ਜਿਹੜੇ ਹੁੰਦੇ ਨੇ ਉਹ ਥੋੜੀ ਉਚਾਈ ਤੇ ਬਣਾਏ ਜਾਂਦੇ ਨੇ ਤਾਂ ਜੋ ਬਾਰਿਸ਼ ਦਾ ਪਾਣੀ ਘਰਾਂ ਵਿੱਚ ਨਾ ਆ ਜਾਏ। In our country such houses can be seen in Assam. ਤੇ ਸਾਡੇ ਦੇਸ਼ ਵਿੱਚ ਅਜਿਹੇ ਜਿਹੜੇ ਘਰ ਹੁੰਦੇ ਨੇ ਤੁਸੀਂ ਅਸਾਮ ਵਿੱਚ ਦੇਖ ਸਕਦੇ ਹੋ। ਅੱਗੇ ਹੈ ਇਕੋ ਫ੍ਰੈਂਡਲੀ ਹਾਊਸਸ ਜੋ ਵਾਤਾਵਰਣ ਦੀ
ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਨੇ। These days, increasing population is the biggest problem. ਅੱਜ ਕੱਲ ਵਧਦੀ ਆਬਾਦੀ ਸਭ ਤੋਂ ਵੱਡੀ ਸਮੱਸਿਆ ਹੈ। Therefore, we are forced to cut jungles to make colonies. ਤੇ ਇਸ ਲਈ ਅਸੀਂ ਘਰ ਬਣਾਉਣ ਦੇ ਲਈ, ਕਲੋਨੀ ਬਣਾਉਣ ਦੇ ਲਈ ਜੰਗਲਾਂ ਨੂੰ ਕੱਟਣ ਦੇ ਲਈ ਮਜਬੂਰ ਹੈਗੇ ਆ। Consumption of energy has also risen to a great extent. ਊਰਜਾ ਦੀ ਜਿਹੜੀ ਖਪਤ ਹੈਗੀ ਹੈ ਉਹ ਵੀ ਕਾਫੀ ਹੱਦ ਤੱਕ ਵੱਧ ਗਈ ਹੈ। Therefore, we should build eco-friendly houses which may put less pressure on environment. ਇਸ ਲਈ ਸਾਨੂੰ eco-friendly ਜਿਹਦਾ ਮਤਲਬ ਹੈ ਵਾਤਾਵਰਣ ਦੇ ਨਾਲ ਜੋ ਧਿਆਨ ਰੱਖਣ ਦੇ ਲਈ ਵਧੀਆ ਘਰ ਹੁੰਦੇ ਨੇ ਉਹ ਬਣਾਉਣੇ ਚਾਹੀਦੇ ਨੇ ਤਾਂ ਜੋ ਵਾਤਾਵਰਣ ਘੱਟ ਤੋਂ ਘੱਟ ਪ੍ਰਭਾਵਿਤ ਹੋਏ। ਆ ਬਣਾਇਆ ਹੋਇਆ ਇਕੋ ਫ੍ਰੈਂਡਲੀ ਹਾਊਸ ਜਿੱਥੇ ਜ਼ਿਆਦਾਤਰ ਤੁਸੀਂ ਦੇਖੋਗੇ ਪੇੜ ਪੌਦਿਆਂ ਦਾ ਹੀ ਇਸਤੇਮਾਲ ਕੀਤਾ ਗਿਆ। This type of houses have the following features. ਬੇਟਾ ਇੱਕ ਤਾਂ ਇੱਥੇ this ਨਹੀਂ ਆਏਗਾ, these ਆਏਗਾ ਤੇ ਇੱਥੇ ਲਿਖਿਆ ਗਿਆ ਹੈ ਇਸ ਕਿਸਮ ਦੇ ਘਰ ਦੇ ਹੇਠ ਲਿਖੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਜਿਵੇਂ collecting rain water from roof by making water tank. ਪਾਣੀ ਦਾ ਇੱਕ ਵੱਡਾ ਜਿਹਾ ਟੈਂਕ ਬਣਾ ਕੇ ਜਿਹੜਾ ਮੀਂਹ ਪੈਂਦਾ ਹੈ ਉਹ ਛੱਤਾਂ ਤੋਂ ਇਕੱਠਾ ਕਰ ਲਿੱਤਾ ਜਾਂਦਾ ਹੈ। ਮੇਕਿੰਗ ਕੰਪੋਸਟ ਫਰੋਮ ਗਾਰਬੇਜ, ਕੂੜੇ ਤੋਂ ਖਾਦ ਬਣਾਈ ਜਾਂਦੀ ਹੈ। ਯੂਜ਼ਿੰਗ ਵਿੰਡੋਜ਼ ਇਨ ਪਲੇਸ ਆਫ ਇਲੈਕਟ੍ਰਿਕ ਲਾਈਟਸ ਐਂਡ ਫੈਨਸ, ਬਿਜਲੀ ਦੀਆਂ ਲਾਈਟਾਂ ਜਾਂ ਫਿਰ ਪੱਖਿਆਂ ਦੇ ਇਸਤੇਮਾਲ ਤੋਂ ਦੂਰ ਰਹਿਣ ਦੇ ਲਈ ਇੱਥੇ ਵਿੰਡੋਜ਼ ਬਣਾਈਆਂ ਜਾਂਦੀਆਂ, ਖਿੜਕੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨੈਚੁਰਲ ਲਾਈਟ ਆ ਜਾਂਦੀ ਹੈ। Using solar energy for cooking food and heating water. ਭੋਜਨ ਪਕਾਉਣ ਦੇ ਲਈ ਅਤੇ ਪਾਣੀ ਗਰਮ ਕਰਨ ਦੇ ਲਈ ਸੂਰਜ ਦੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ, ਬਿਜਲੀ ਨਹੀਂ ਇਸਤੇਮਾਲ ਕੀਤੀ ਜਾਂਦੀ। ਅਗਲਾ, planting more and more trees in the house. ਵੱਧ ਤੋਂ ਵੱਧ ਪੌਦੇ ਲਗਾਏ ਜਾਂਦੇ ਨੇ ਘਰ ਦੇ ਵਿੱਚ। ਅੱਗੇ ਹੈ use of modern material for construction work. ਘਰ ਬਣਾਉਣ ਦੇ ਲਈ ਆਧੁਨਿਕ ਸਮੱਗਰੀ ਕਿਹੜੀ ਵਰਤੀ ਜਾਂਦੀ ਹੈ। Nowadays, many new and modern materials are being used to build houses. ਅੱਜ ਕੱਲ ਘਰ ਬਣਾਉਣ ਲਈ ਬਹੁਤ ਸਾਰੀਆਂ ਨਵੀਆਂ ਟੈਕਨੋਲੋਜੀ ਜਾਂ ਫਿਰ ਆਧੁਨਿਕ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। Due to lack of wood, aluminium and iron materials are used to make doors and window panels. ਲੱਕੜ ਦੀ ਘਾਟ ਕਾਰਨ ਦਰਵਾਜ਼ੇ ਅਤੇ ਖਿੜਕੀਆਂ ਬਣਾਉਣ ਦੇ ਲਈ ਆਇਰਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਐਲੂਮੀਨੀਅਮ, ਲੋਹੇ ਜਾਂ ਐਲੂਮੀਨੀਅਮ ਦੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ। Glass, PVC sheets and fiber sheets are also used to make windows and gates. ਤੇ ਇਸ ਤੋਂ ਇਲਾਵਾ ਗਲਾਸ, PVC ਦੀ ਖਾਸ ਕਿਸਮ ਦੀ ਸ਼ੀਟਾਂ ਹੁੰਦੀਆਂ ਨੇ ਤੇ ਨਾਲ ਦੀ ਨਾਲ ਫਾਈਬਰ ਦੀਆਂ ਸ਼ੀਟਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਕੀ ਬਣਾਉਣ ਦੇ ਲਈ, ਖਿੜਕੀਆਂ ਦੇ ਕੋਨੇ ਜਾਂ ਫਿਰ ਗੇਟਸ ਬਣਾਉਣ ਦੇ ਲਈ। ਤੇ ਅੱਗੇ ਲਿਖਿਆ ਹੈ instead of bricks, large blocks of cements are being used. ਇੱਟਾਂ ਦੀ ਥਾਂ ਤੇ, ਕਿਉਂਕਿ ਜਦ ਇੱਟਾਂ ਬਣਦੀਆਂ ਨੇ ਤਾਂ ਬਹੁਤ ਜ਼ਿਆਦਾ ਧੂਆ ਬਾਹਰ ਕੱਢਦੀਆਂ ਨੇ ਤੇ ਇੱਟਾਂ ਦੀ ਥਾਂ ਤੇ ਸੀਮੈਂਟ ਦੇ ਵੱਡੇ ਵੱਡੇ ਸਟੋਨਸ ਜਾਂ ਆਪਾਂ ਕਹਿ ਸਕਦੇ ਹਾਂ ਵੱਡੇ ਵੱਡੇ ਪੱਥਰ ਜੋ ਬਣਾਏ ਜਾਂਦੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। POP is used to make beautiful designs beneath the roof of the houses. POP ਤੁਸੀਂ ਦੇਖਿਆ ਹੋਣਾ ਘਰਾਂ ਦੀਆਂ ਛੱਤਾਂ ਦੇ ਹੇਠਾਂ ਸੁੰਦਰ ਸੁੰਦਰ ਡਿਜ਼ਾਈਨ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਕਦੇ ਫੁੱਲ ਬਣੇ ਹੁੰਦੇ ਨੇ, ਬੂਟੀਆਂ ਬਣੀਆਂ ਹੁੰਦੀਆਂ ਨੇ, ਚਿੱਟੇ ਰੰਗ ਦੀਆਂ, ਕਿਸੇ ਵੀ ਰੰਗ ਦੀਆਂ, ਤਾਂ ਉਹ POP ਵਰਤਦੇ ਨੇ। ਠੀਕ ਹੈ ਬੱਚਿਓ। ਅੱਗੇ ਹੈਗੀ ਹੈ ਐਕਟੀਵਿਟੀ 2। Make a list of the materials used in building your house. Ask your elders for help. ਆਪਣੇ ਘਰ ਨੂੰ ਬਣਾਉਣ ਦੇ ਲਈ ਤੁਸੀਂ ਕਿਹੜੀ ਸਮੱਗਰੀ ਵਰਤੀ ਹੈ ਉਸ ਦੀ ਇੱਕ ਸੂਚੀ ਬਣਾਓ ਤੇ ਇਸ ਵਿੱਚ ਤੁਸੀਂ ਮਦਦ ਲੈ ਸਕਦੇ ਹੋ ਆਪਣੇ ਘਰ ਦੇ ਮੈਂਬਰਾਂ ਤੋਂ। To make mud houses, we use a mixture of soil, cow dung, clay, hay, mud and husk. ਕੱਚੇ ਘਰ ਬਣਾਉਣ ਦੇ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਕਿ ਮਿੱਟੀ ਹੋ ਗਈ, ਗੋਬਰ ਹੋ ਗਈ, ਕਾਊ ਡੰਗ, ਕਲੇ, ਹੈ ਹੋ ਗਿਆ, ਮੱਡ ਹੋ ਗਿਆ, ਚਿਕਨੀ ਮਿੱਟੀ ਤੇ ਹਸਕ। Brick, cement, sand, stones, wood,
आयरन रॉड्स, पीओपी जिन्हों आपां प्लास्टर ऑफ पेरिस कहीदा है, ग्लास, पीवीसी शीट्स, फाइबर शीट्स आर द मोस्ट कॉमनली यूज्ड मटीरियल टू मेक पक्का हाउसेस। ते ये सारी चीज़ां इस्तेमाल कीतियां जांदियां ने पक्का हाउस बनाउण दे लई। ते तुसी अपना देख सकते हो किहड़ा जवाब तुसी लिखना है। For teacher, अध्यापक ਲਈ ਕਿਹਾ ਗਿਆ है, by this activity the teacher can test the power of observation and imagination of the students। ਇਸ ਗਤੀਵਿਧੀ ਦੁਆਰਾ ਅਧਿਆਪਕ ਵਿਦਿਆਰਥੀਆਂ ਦੀ ਦਿਮਾਗ ਦੀ ਸ਼ਕਤੀ ਤੇ ਨਾਲ ਦੀ ਨਾਲ ਉਹ ਕਿੰਨਾ ਵਧੀਆ ਤਰੀਕੇ ਨਾਲ ਕਿਸੇ ਚੀਜ਼ ਦਾ ਨਿਰੀਖਣ ਕਰਦੇ ਨੇ, ਕਲਪਨਾ ਕਰਦੇ ਨੇ, ਉਹ ਪਰਖ ਸਕਦੇ ਨੇ। They will try to know about every visible and invisible material used for building the house। ਤੇ ਉਹ ਘਰ ਬਣਾਉਣ ਦੇ ਲਈ ਵਰਤੇ ਜਾਣ ਵਾਲੀ ਹਰ ਚੀਜ਼ ਜੋ ਦਿਖਦੀ ਹੈ ਜਾਂ ਨਹੀਂ ਦਿਖਦੀ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ। ठीक है बच्चों, आगे है थिंग्स टू रिमेंबर, याद रखने वाली गल्लां। पहला, मैन लिव्स इन डिफरेंट काइंड्स ऑफ हाउसेस। मनुख वख-वख तरह दे घरां विच रहिंदा है। Second, man builds his house according to his economic conditions। मनुख अपनी आर्थिक स्थिति अनुसार घर बनाउंदा है। On the basis of climate, sloping roof, straw roof and igloos are built। ਤੇ ਜਲਵਾਯੂ ਦੇ ਆਧਾਰ ਤੇ ਢਲਾਨ ਵਾਲੀਆਂ ਛੱਤਾਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਟ੍ਰॉ ਦੀਆਂ ਰੂਫ ਜਾਂ ਫਿਰ ਇਗਲੂ ਬਣਾਏ ਜਾਂਦੇ ਨੇ ਰਹਿਣ ਦੇ ਲਈ। On the basis of physical conditions, multi-story buildings, single houses, tree houses, boat houses, caravans and tents are built। ਭੌਤਿਕ ਸਥਿਤੀ ਜਾਂ ਫਿਰ ਫਿਜ਼ੀਕਲ ਕੰਡੀਸ਼ਨਸ ਦੇ ਆਧਾਰ ਤੇ ਬਹੁਮੰਜ਼ਿਲ ਇਮਾਰਤਾਂ, ਕੱਲੇ-ਕੱਲੇ ਘਰ, ਰੁੱਖਾਂ ਤੇ ਘਰ, ਬੋਟ ਹਾਊਸਿਸ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿਸ਼ਤੀ ਵਾਲੇ ਘਰ, ਕਾਰਾਵਾਨ ਜਾਂ ਫਿਰ ਟੈਂਟ ਦੇ ਘਰ ਬਣਾਏ ਜਾਂਦੇ ਨੇ। According to the availability of material, houses of bamboos and stones are built। ਸਮੱਗਰੀ ਦੀ ਉਪਲਬਧਤਾ ਅਨੁਸਾਰ ਬਾਂਸ ਅਤੇ ਪੱਥਰਾਂ ਦੇ ਵੀ ਘਰ ਬਣਾਏ ਜਾਂਦੇ ਨੇ। Nowadays, many new kinds of materials are being used to build houses। ਅੱਜ ਕੱਲ ਘਰ ਬਣਾਉਣ ਦੇ ਲਈ ਕਈ ਨਏ ਕਿਸਮ ਦੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਫਰਸਟ ਕੁਐਸਚਨ, fill in the blanks, ਖਾਲੀ ਸਥਾਨ ਭਰੋ। ਇੱਥੇ ਵਰਡਸ ਦਿੱਤੇ ਹੋਏ ਨੇ sloping, ਢਲਾਨ, पैनल्स, नेम प्लेट्स, टेंपररी जिन्हों आपां कह सकते हाँ थोड़ी देर दे लई, ते ट्रीज। फर्स्ट, डैश आर यूज्ड टू फाइंड द हाउसेस। नेम प्लेट दी वरतों कीती जांदी है घरां दी पछाण करन दे लई या किसी दे घर जाण दे लई। Second, in hilly areas houses of dash roofs are built। sloping, ਪਹਾੜੀ ਖੇਤਰਾਂ ਦੇ ਵਿੱਚ ਢਲਾਨ ਵਾਲੀਆਂ ਛੱਤਾਂ ਦੇ ਘਰ ਪਾਏ ਜਾਂਦੇ ਨੇ। ਥਰਡ, ਟੈਂਟਸ ਆਰ ਡੈਸ਼ ਹਾਊਸਿਸ, ਟੈਂਪਰਰੀ। ਜਿਹੜੇ ਟੈਂਟ ਹੁੰਦੇ ਨੇ ਉਹ ਟੈਂਪਰਰੀ ਘਰ ਹੁੰਦੇ ਨੇ, ਥੋੜੀ ਦੇਰ ਦੇ ਲਈ ਬਣਾਏ ਜਾਂਦੇ ਨੇ ਰਹਿਣ ਦੇ ਲਈ। ਫੋਰਥ, ਟਰੀ ਹਾਊਸਿਸ ਆਰ ਬਿਲਟ ਔਨ ਟਰੀਜ਼। ਰੁੱਖਾਂ ਦੇ ਜਿਹੜੇ ਘਰ ਹੁੰਦੇ ਨੇ ਉਹ ਰੁੱਖਾਂ ਤੇ ਹੀ ਬਣਾਏ ਜਾਂਦੇ ਨੇ, ਉਹਨਾਂ ਦੀ ਟਹਿਣੀਆਂ ਤੇ। Fifth, wood is now replaced with iron for making panels। ਖਿੜਕੀ ਦੇ ਜਿਹੜੇ ਆਲੇ ਦੁਆਲੇ ਹਿੱਸੇ ਹੁੰਦੇ ਨੇ ਨਾ ਉਹਨਾਂ ਨੂੰ ਬਣਾਉਣ ਦੇ ਲਈ ਅੱਜ ਕੱਲ ਲੱਕੜ ਦੀ ਥਾਂ ਤੋਂ ਆਪਾਂ ਲੱਕੜ ਦੀ ਵਰਤੋਂ ਨਾ ਕਰਕੇ ਆਪਾਂ ਆਇਰਨ ਦੀ ਵਰਤੋਂ ਕਰ ਰਹੇ ਹਾਂ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਆਇਰਨ ਨੂੰ ਵੈਸੇ ਲੋਹਾ ਵੀ ਕਿਹਾ ਜਾਂਦਾ ਹੈ। ਸੈਕਿੰਡ ਕੁਐਸਚਨ, tick the correct and cross the wrong sentences। सही या गलत का निशान लाओ। पहला, brick houses are made of mud and soil। ਜਿਹੜੇ brick या फिर ਇੱਟਾਂ ਦੇ ਘਰ ਹੁੰਦੇ ਨੇ ਉਹ ਗਾਰੇ ਤੇ ਮਿੱਟੀ ਦੇ ਨਾਲ ਬਣਦੇ ਨੇ, ਬਿਲਕੁਲ ਗਲਤ। Second, caravans are moving houses। ਕਾਰਾਵਾਨ ਜਿਹੜੇ ਹੁੰਦੇ ਨੇ ਉਹ ਚੱਲਦੇ ਘਰ ਹੁੰਦੇ ਨੇ, ਬਿਲਕੁਲ ਠੀਕ। Third, igloos are made of snow। ਇਗਲੂ ਬਰਫ਼ ਦੇ ਬਣੇ ਹੁੰਦੇ ਨੇ, ਇਹ ਵੀ ਠੀਕ ਹੈ। ਫੋਰਥ, ਬ੍ਰਿਕ ਹਾਊਸਿਸ ਆਰ ਬਿਲਟ ਇਨ ਡੈਜ਼ਰਟਸ। ਇੱਟਾਂ ਦੇ ਘਰ
ਮਾਰੂਥਲ ਜਾਂ ਫਿਰ ਡੈਜ਼ਰਟ ਦੇ ਇਲਾਕੇ ਵਿੱਚ ਬਣਾਏ ਜਾਂਦੇ ਨੇ? ਬਿਲਕੁਲ ਵੀ ਨਹੀਂ। ਫਿਫਥ, ਟ੍ਰੀ ਹਾਊਸਸ ਆਰ ਬਿਲਟ ਓਵਰ ਵਾਟਰ। ਰੁੱਖਾਂ ਦੇ ਘਰ ਪਾਣੀ ਉੱਤੇ ਬਣਾਏ ਜਾਂਦੇ ਨੇ? ਜੀ ਨਹੀਂ। ਥਰਡ, ਮੈਚ ਦ ਕਾਲਮ। ਮੇਲ ਕਰਨਾ ਹੈ। ਇੱਥੇ ਆਪਾਂ ਨੰਬਰ ਲਿਖ ਦਿੰਦੇ ਆ 1 2 3 4 5। ਠੀਕ ਹੈ, ਹੁਣ ਮੇਲ ਕਰਾਂਗੇ। ਇੱਥੇ ਲਿਖਿਆ ਹੈ ਸਭ ਤੋਂ ਪਹਿਲਾਂ ਪੋਲਰ ਰੀਜਨਸ। ਪੋਲਰ ਰੀਜਨਸ ਦੇ ਵਿੱਚ ਸਾਨੂੰ ਅਜਿਹੇ ਘਰ ਮਿਲਦੇ ਨੇ, ਇਗਲੂ। ਸੈਕਿੰਡ ਹੈਗਾ ਲੇਕ ਜਾਂ ਫਿਰ ਝੀਲ ਕਹੀਦਾ, ਉੱਥੇ ਮਿਲਦੇ ਨੇ ਬੋਟ ਹਾਊਸ। ਮੈਟਰੋਪੋਲੀਟਨ ਸਿਟੀਜ਼, ਜਿੱਥੇ ਬਹੁਤ ਜ਼ਿਆਦਾ ਆਬਾਦੀ ਹੁੰਦੀ ਹੈ, ਉੱਥੇ ਮਲਟੀ ਸਟੋਰੀ ਬਿਲਡਿੰਗਸ ਮਿਲਦੀਆਂ ਨੇ। 3 ਨੰਬਰ, ਜਿਹਦਾ ਮਤਲਬ ਹੈ ਬਹੁ ਮੰਜ਼ਲੀ ਇਮਾਰਤਾਂ। ਡੈਜ਼ਰਟ ਦੇ ਵਿੱਚ ਮਾਰੂਥਲ ਜਿਹਨੂੰ ਕਿਹਾ ਜਾਂਦਾ ਹੈ ਸਟ੍ਰੋ ਰੂਫ, ਤੇ ਅਸਾਮ ਦੇ ਵਿੱਚ ਮਿਲਦੇ ਨੇ ਬੈਂਬੂ ਹਾਊਸਿਸ। ਅੱਗੇ ਚੱਲਦੇ ਹਾਂ। ਯੂਜ਼ ਟਿਕ ਫॉर द करेक्ट आंसर। ਸਹੀ ਉੱਤਰ ਤੇ ਨਿਸ਼ਾਨ ਲਾਓ। ਪਹਿਲਾ ਹੈ what can we call the houses built in multi-story buildings? ਬਹੁ ਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਕਾਰਾਵਾਨ, ਫਲੈਟਸ ਜਾਂ ਫਿਰ ਪਲਾਟਸ। ਉਹਨਾਂ ਨੂੰ ਆਪਾਂ ਕਹੀਦਾ ਫਲੈਟਸ। ਸੈਕਿੰਡ, who uses tents? ਟੈਂਟਾਂ ਦਾ ਇਸਤੇਮਾਲ ਕੌਣ ਕਰਦਾ ਹੈ? ਸੋਲਜਰਸ, ਸਿਪਾਹੀ, ਡਾਕਟਰਸ ਜਾਂ ਐਸਕੀਮੋ। ਜੋ ਐਸਕੀਮੋ ਤੋਂ ਹੈਗੇ ਨੇ ਜੋ ਬਰਫੀਲੇ ਇਲਾਕਿਆਂ ਦੇ ਵਿੱਚ ਇਗਲੂਸ ਦੇ ਵਿੱਚ ਰਹਿੰਦੇ ਨੇ, ਤੇ ਟੈਂਟਸ ਦਾ ਇਸਤੇਮਾਲ ਸਿਪਾਹੀ ਕਰਦੇ ਨੇ। ਥਰਡ, ਬੋਟ ਹਾਊਸਿਸ ਆਰ ਮੋਸਟਲੀ ਸੀਨ ਇਨ। ਕਿਸ਼ਤੀ ਦੇ ਵਿੱਚ ਜਿਹੜੇ ਘਰ ਬਣੇ ਹੁੰਦੇ ਨੇ ਉਹ ਜ਼ਿਆਦਾਤਰ ਕਿੱਥੇ ਦੇਖਣ ਨੂੰ ਮਿਲਦੇ ਨੇ? ਰਾਜਸਥਾਨ, ਚੰਡੀਗੜ੍ਹ ਜਾਂ ਸ਼੍ਰੀਨਗਰ? ਸ਼੍ਰੀਨਗਰ। Fourth, in what kind of houses do Eskimos live? ਐਸਕੀਮੋ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਨੇ? ਇਗਲੂ, ਕਾਰਾਵਾਨ ਜਾਂ ਟ੍ਰੀ ਹਾਊਸਿਸ? ਇਗਲੂ। Fifth, which is the latest material among the following to make houses? ਘਰ ਬਣਾਉਣ ਦੇ ਲਈ ਹੇਠ ਲਿਖੀਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਜਿਹੜੀ ਨਈ ਸਮੱਗਰੀ ਹੈਗੀ ਹੈ ਉਹ ਕਿਹੜੀ ਹੈਗੀ ਹੈ? ਵੁੱਡ, ਲੱਕੜ, ਸਟੋਨ, ਪੱਥਰ ਜਾਂ ਐਲੂਮੀਨੀਅਮ? ਉਹ ਹੈਗੀ ਹੈ ਜੀ ਐਲੂਮੀਨੀਅਮ। ਅੱਗੇ ਹੈ ਫਿਫਥ ਕੁਐਸਚਨ, which material is used to make mud houses? ਕੱਚੇ ਘਰ ਬਣਾਉਣ ਦੇ ਲਈ ਕਿਹੜੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ? ਮੈਂ ਲਿਖਿਆ to make mud houses we use a mixture of soil, cow dung, clay, hay, mud and husk. ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੱਚੇ ਘਰ ਬਣਾਉਣ ਦੇ ਲਈ। Sixth question, which material is used to make brick houses? ਇੱਟਾਂ ਵਾਲੇ ਘਰ ਬਣਾਉਣ ਦੇ ਲਈ ਕਿਹੜੀ ਸਮੱਗਰੀ ਦੀ ਲੋੜ ਹੁੰਦੀ ਹੈ? ਜਾਂ ਪੱਕੇ ਘਰ ਬਣਾਉਣ ਦੇ ਲਈ ਕਿਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ? bricks, cement, stones, sand, wood, iron rods, POP, glass, PVC sheets, fiber sheets are the most commonly used material to make pakka houses. मैं मॉडर्न चीज़ां भी इसदे विच पातीयां जिवें POP हो गया, PVC sheets, ये सारियां दी वरतों कीती जांदी है पक्का हाउस या brick house बनाउण दे लई। Seventh question, where do people live in metropolitan cities? ਜਿਹੜੇ ਮਹਾਨਗਰ ਹੈਗੇ ਨੇ ਉਹਨਾਂ ਵਿੱਚ ਲੋਕ ਕਿੱਥੇ ਰਹਿੰਦੇ ਨੇ? A densely populated urban area is called a metropolitan city. ਆਬਾਦੀ ਵਾਲੇ ਸ਼ਹਿਰੀ ਖੇਤਰ ਨੂੰ ਮਹਾਨਗਰ ਕਿਹਾ ਜਾਂਦਾ ਹੈ। Example, ਚੇਨਈ, ਦਿੱਲੀ, ਮੁੰਬਈ ਐਂਡ ਕੋਲਕਾਤਾ। ਉਦਾਹਰਨ ਵਜੋਂ ਚੇਨਈ ਹੋ ਗਿਆ, ਦਿੱਲੀ ਹੋ ਗਿਆ, ਮੁੰਬਈ ਤੇ ਕੋਲਕਾਤਾ। Because of overcrowding, people live in multi-story buildings called flats. ਤੇ ਭੀੜ ਭੜੱਕੇ ਕਾਰਨ ਤੇ ਲੋਕਾਂ ਦੀ ਜ਼ਿਆਦਾ ਆਬਾਦੀ ਕਾਰਨ ਲੋਕ ਬਹੁ ਮੰਜ਼ਿਲਾ ਇਮਾਰਤਾਂ ਦੇ ਵਿੱਚ ਰਹਿੰਦੇ ਨੇ ਤੇ ਜਿੱਥੇ ਉਹ ਰਹਿੰਦੇ ਨੇ ਉਹਨਾਂ ਨੂੰ ਫਲੈਟਸ ਕਿਹਾ ਜਾਂਦਾ ਹੈ। 8th question, what do we call the houses made of snow? ਬਰਫ਼ ਦੇ ਬਣੇ ਘਰਾਂ ਨੂੰ ਆਪਾਂ ਕੀ ਕਹਿੰਦੇ ਆ? Dome shaped houses made with blocks of snow are called igloos. ਡੋਮ ਹੁੰਦਾ ਹੈ ਬੱਚਿਓ ਇਸ ਤਰੀਕੇ ਦਾ ਢਾਂਚਾ
ਤੇ ਡੋਮ ਸ਼ੇਪ ਦੇ ਜਿਹੜੇ ਘਰ ਹੁੰਦੇ ਨੇ ਜੋ ਬਰਫ਼ ਦੀ ਹਿੱਸਿਆਂ ਦੇ ਨਾਲ ਬਣਦੇ ਨੇ ਜਾਂ ਉਹਦਾ ਉਸਦੀ ਇੱਟਾਂ ਆਪਾਂ ਕਹਿ ਸਕਦੇ ਹਾਂ ਇੱਕ ਕਿਸਮ ਦੀ ਉਸਦੇ ਨਾਲ ਬਣਦੇ ਨੇ ਜਿਹਨੂੰ ਆਪਾਂ ਅੰਗਰੇਜ਼ੀ ਚ ਬਲੌਕਸ ਕਹਿੰਦੇ ਆ ਉਹਨਾਂ ਨੂੰ ਇਗਲੂਸ ਕਹੀਦਾ ਠੀਕ ਹੈ ਅੱਗੇ ਹੈ 9th question where are the tree houses built ਰੁੱਖਾਂ ਤੇ ਘਰ ਕਿੱਥੇ ਬਣਾਏ ਜਾਂਦੇ ਨੇ tree house is built in the forest over the trees ਰੁੱਖਾਂ ਵਾਲੇ ਘਰ ਰੁੱਖਾਂ ਤੇ ਬਣਾਏ ਜਾਂਦੇ ਨੇ ਜ਼ਿਆਦਾਤਰ ਇਹ ਸਾਨੂੰ ਜੰਗਲਾਂ ਵਿੱਚ ਦੇਖਣ ਨੂੰ ਮਿਲਦੇ ਨੇ such houses are constructed among the branches or trunk of mature trees ਤੇ ਅਜਿਹੇ ਘਰ ਜਿਹੜੀਆਂ ਪੱਕੀਆਂ ਰੁੱਖਾਂ ਹੁੰਦੀਆਂ ਨੇ ਟਹਿਣੀਆਂ ਹੁੰਦੀਆਂ ਨੇ ਉਹਨਾਂ ਰੁੱਖਾਂ ਦੀਆਂ ਉਹਨਾਂ ਤੇ ਬਣਾਏ ਜਾਂਦੇ ਨੇ ਵਿਚਕਾਰ ਠੀਕ ਹੈ 10th question what is the basis of different kinds of houses ਵੱਖ-ਵੱਖ ਕਿਸਮਾਂ ਦੇ ਘਰ ਕਿਸ ਆਧਾਰ ਤੇ ਹੁੰਦੇ ਨੇ economic climatic physical conditions availability of raw material are the basis for different kinds of houses ਆਰਥਿਕ ਸਥਿਤੀ ਕਿਸੇ ਦੀ ਜਲਵਾਯੂ ਫਿਜ਼ੀਕਲ ਕੰਡੀਸ਼ਨ ਜਿਹੜਾ ਸਮਾਨ ਚਾਹੀਦਾ ਹੁੰਦਾ ਹੈ ਘਰ ਬਣਾਉਣ ਦੇ ਲਈ ਉਸਦੀ ਉਪਲਬਧਤਾ ਦੇ ਆਧਾਰ ਤੇ ਵੱਖ-ਵੱਖ ਕਿਸਮਾਂ ਦੇ ਘਰ ਹੁੰਦੇ ਨੇ 11th question why do people of Assam make bamboo houses Assam ਦੇ ਲੋਕ ਬਾਂਸ ਦੇ ਘਰ ਕਿਉਂ ਬਣਾਉਂਦੇ ਨੇ Assam is prone to earthquake heavy rainfall and floods Assam ਵਿੱਚ ਭੂਚਾਲ ਭਾਰੀ ਬਾਰਿਸ਼ ਤੇ ਹੜ੍ਹ ਦਾ ਖਤਰਾ ਬਣਿਆ ਰਹਿੰਦਾ ਹੈ It is important to stay safe in the house and therefore bamboo houses are found in this area. ਘਰ ਵਿੱਚ ਸਾਨੂੰ ਸੁਰੱਖਿਅਤ ਮਹਿਸੂਸ ਹੋਣਾ ਜ਼ਰੂਰੀ ਹੈਗਾ ਇਸ ਕਰਕੇ ਇੱਥੇ ਇਸ ਖੇਤਰ ਦੇ ਵਿੱਚ ਤੁਸੀਂ ਦੇਖੋਗੇ ਕਿ ਬਾਂਸ ਦੇ ਘਰ ਬਣਾਏ ਜਾਂਦੇ ਨੇ ਤਾਂ ਜੋ ਪਾਣੀ ਜਿਹੜਾ ਹੈ ਥੋੜੀ ਉਚਾਈ ਤੇ ਬਣਾਏ ਜਾਂਦੇ ਨੇ ਤਾਂ ਜੋ ਪਾਣੀ ਜੋ ਬਾਰਿਸ਼ ਦਾ ਹੈਗਾ ਹੜ੍ਹ ਦਾ ਪਾਣੀ ਘਰ ਦੇ ਵਿੱਚ ਨਾ ਆ ਜਾਏ ਬਾਂਸ ਨੂੰ ਧਰਤੀ ਵਿੱਚ ਗੜ ਦਿੱਤਾ ਜਾਂਦਾ ਹੈ ਫਿਰ ਉੱਤੇ ਘਰ ਬਣਾਏ ਜਾਂਦੇ ਨੇ ਆਪਾਂ ਪੜ੍ਹਿਆ ਸੀ 12th question write about the modern materials used to construct houses ਘਰ ਬਣਾਉਣ ਲਈ ਵਰਤੀ ਜਾਂਦੀਆਂ ਆਧੁਨਿਕ ਸਮੱਗਰੀਆਂ ਬਾਰੇ ਦੱਸੋ modern material used to construct houses include ਜੋ ਘਰ ਬਣਾਉਣ ਦੇ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਹੈ ਉਸ ਦੇ ਵਿੱਚ ਕੀ ਆਂਦਾ ਹੈ cardboard, metal like aluminium, iron, glass, PVC sheets, fiber sheets, cement, POP ਜਿਹਨੂੰ ਆਪਾਂ plaster of Paris ਕਹੀਦਾ ਜੋ ਕਿ ਡਿਜ਼ਾਈਨ ਬਣਾਉਣ ਦੇ ਲਈ ਛੱਤਾਂ ਤੇ ਕੰਮ ਆਉਂਦਾ ਹੈ and foam sheets ਠੀਕ ਹੈ ਬੱਚੋ ਇਹ ਸੀ ਅੱਜ ਦੀ ਕਲਾਸ ਤੇ ਆਈ ਹੋਪ ਕਿ ਤੁਹਾਨੂੰ ਮਜ਼ਾ ਆਇਆ ਹੋਵੇਗਾ ਹੁਣ ਆਪਾਂ ਅਗਲੀ ਕਲਾਸ ਮਿਲਾਂਗੇ ਤਦ ਤੱਕ Take care. Bye-bye.